गुड मॉर्निंग स्टूडेंट। अज आप कंप्यूटर फंडामेंटल एंड इंफॉर्मेशन टेक्नोलॉजी का चैप्टर नंबर 2 पढ़ांगे, जिसका नाम है कंप्यूटर लैंग्वेजेस एंड ऑपरेटिंग सिस्टम। कंप्यूटर ਦੀਆਂ लैंग्वेजेस ਤੇ कंप्यूटर ਦਾ ऑपरेटिंग सिस्टम। ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕੰਪਿਊਟਰ ਇੱਕ ਮਸ਼ੀਨ ਹੈ ਜਿੰਨ ਤੋਂ ਕੰਮ ਕਰਾਉਣ ਲਈ ਆਪਾਂ ਨੂੰ ਕੁਝ ਇੰਸਟਰਕਸ਼ਨਸ ਦੇਣੀਆਂ ਪੈਣੀਆਂ, ਕੁਛ ਉਹਨੂੰ ਇੰਸਟਰਕਸ਼ਨ ਦੇਣੀਆਂ ਪੈਂਦੀਆਂ ਕਿ ਤੁਸੀਂ ਇਹ ਕੰਮ ਕਰਨਾ ਵਾ। ਉਹਨਾਂ ਇੰਸਟਰਕਸ਼ਨਸ ਨੂੰ ਜੋ ਆਪਾਂ ਦਿੰਦੇ ਹਾਂ ਉਹ ਦਿੰਦੇ ਹਾਂ ਇੱਕ ਲੈਂਗੁਏਜ ਦੇ ਰੂਪ ਦੇ ਵਿੱਚ। ਔਰ ਕੰਪਿਊਟਰ ਇੱਕ ਲੈਂਗੁਏਜ, ਔਰ ਜਿਹੜੀ ਕੰਪਿਊਟਰ ਲੈਂਗੁਏਜ ਸਮਝਦਾ ਵਾ ਉਹ ਸਮਝਦਾ ਮਸ਼ੀਨ ਲੈਵਲ ਲੈਂਗੁਏਜ। ਜਿਹੜੀ ਆਪਾਂ ਲੈਂਗੁਏਜ ਨੂੰ ਅੰਡਰਸਟੈਂਡ ਕਰਦੇ ਹਾਂ ਉਹ ਆਪਾਂ ਕਰਦੇ ਹਾਂ ਜਿਹੜੀ ਨੋਰਮਲ ਇੰਗਲਿਸ਼ ਲੈਂਗੁਏਜ ਆ। ਹੁਣ ਇਹ 'ਚ ਕਿਹੜੀ ਲੈਂਗੁਏਜ ਹੁੰਦੀ ਹੈ, ਕੀ ਸਮਝਦਾ ਆਪਾਂ ਉਹ ਇਸ ਚੈਪਟਰ 'ਚ ਪੜ੍ਹਾਂਗੇ। ਸੋ ਨਾ ਪਹਿਲਾਂ ਪੜ੍ਹਾਂਗੇ ਆਪਾਂ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ। ਪ੍ਰੋਗਰਾਮਿੰਗ ਲੈਂਗੁਏਜ ਕੀ ਹੋ ਗਿਆ, ਇੱਕ ਲੈਂਗੁਏਜ ਜਿਹਨੂੰ ਭਾਸ਼ਾ ਕਹਿ ਦਿੰਦੇ ਆਪਾਂ। ਭਾਸ਼ਾ ਹੁੰਦੀ ਹੈ ਜਿਹਦੇ ਨਾਲ ਆਪਾਂ ਕਮਿਊਨੀਕੇਟ ਕਰਦੇ ਹਾਂ ਇੱਕ ਦੂਸਰੇ ਨਾਲ। ਇਸੇ ਤਰੀਕੇ ਨਾਲ ਹੀ ਕੰਪਿਊਟਰ ਲੈਂਗੁਏਜ ਵੀ ਇੱਕ ਭਾਸ਼ਾ ਵਾ ਜਿਹਦੇ ਨਾਲ ਕੰਪਿਊਟਰ 'ਤੇ ਲੋਕ ਆਪਸ ਵਿੱਚ ਕਮਿਊਨੀਕੇਟ ਕਰਦੇ ਨੇ। ਅਲੱਗ-ਅਲੱਗ ਤਰ੍ਹਾਂ ਦੀਆਂ ਭਾਸ਼ਾ ਨੂੰ ਆਪਾਂ 3 ਮੇਨ ਕੈਟਾਗਰੀ 'ਚ ਡਿਵਾਈਡ ਕੀਤਾ ਹੈ। ਨੰਬਰ 1 ਇਜ਼ ਮਸ਼ੀਨ ਲੈਵਲ ਲੈਂਗੁਏਜ, number 2 is assembly level language, and number 3 is high level language. So first is machine level language. machine ਜਿਹੜੀ language understand ਕਰਦੀ ਹੈ ਮਸ਼ੀਨ ਲੈਵਲ ਜਿਹੜੀ ਲੈਂਗੁਏਜ ਅੰਡਰਸਟੈਂਡ ਕਰਦੀ ਹੈ, ਆਪਾਂ ਕੰਪਿਊਟਰ ਦੇਖਿਆ ਸੀ ਕੰਪਿਊਟਰ ਇੱਕ ਲੈਂਗੁਏਜ ਅੰਡਰਸਟੈਂਡ ਕਰਦਾ ਡੈਟ ਇਜ਼ ਕਾਲਡ 0 ਐਂਡ 1। ਕੰਪਿਊਟਰ ਸਿਰਫ ਇਹੀ ਸਿਗਨਲ ਨੂੰ ਸਟੱਡੀ ਕਰਦਾ 0 ਔਰ 1। ਜਾਂ ਸਵਿਚ ਕਲੋਜ਼ ਹੋਏਗਾ ਜਾਂ ਸਵਿਚ ਓਪਨ ਹੋਏਗਾ। ਜਿਵੇਂ ਆਪਣਾ ਇਲੈਕਟ੍ਰੀਸਿਟੀ ਦਾ ਸਵਿਚ ਹੁੰਦਾ, ਜਾਂ ਤਾਂ ਆਪਾਂ ਸਵਿਚ ਆਫ ਕਰ ਦਿੰਦੇ ਹਾਂ ਤਾਂ ਲਾਈਟ ਆਫ ਹੋ ਜਾਂਦੀ ਹੈ, ਜਾਂ ਫੈਨ ਆਫ ਹੋ ਜਾਂਦਾ, ਜਾਂ ਆਪਾਂ ਔਨ ਕਰਦੇ ਹਾਂ ਤਾਂ ਲਾਈਟ ਅਤੇ ਫੈਨ ਔਨ ਹੋ ਜਾਂਦਾ। ਸੋ ਇਹਦੇ 'ਚ ਦੋ ਹੀ ਆਪਸ਼ਨਸ ਹੁੰਦੀਆਂ ਨੇ। ਉਹ ਸਿਰਫ ਕਮਿਊਨੀਕੇਸ਼ਨ ਕਰਨ ਦਾ 0 ਐਂਡ 1 ਤਰੀਕੇ ਨਾਲ ਹੀ ਯੂਜ਼ ਕਰਦਾ ਵਾ। ਲੇਕਿਨ ਆਪਾਂ 0 ਐਂਡ 1 ਨਾਲ ਕਮਿਊਨੀਕੇਟ ਕੰਪਿਊਟਰ ਨਾਲ ਨਹੀਂ ਕਰਦੇ। ਆਪਾਂ ਸਾਰੀਆਂ ਕਮਾਂਡਸ ਅਗਰ 0 1 'ਚ ਦੇਵਾਂਗੇ ਤਾਂ ਉਹ ਆਪਾਂ ਨੂੰ ਮੁਸ਼ਕਿਲ ਹੋਣੀ ਹੈ। ਸੋ ਇਹ ਜਿਹੜੀ ਲੈਂਗੁਏਜ ਹੁੰਦੀ ਹੈ ਮਸ਼ੀਨ ਲੈਵਲ ਲੈਂਗੁਏਜ, ਇਹ ਉਹ ਲੈਂਗੁਏਜ ਹੁੰਦੀ ਹੈ ਜਿਹਦੇ 'ਚ ਆਪਾਂ 0 ਐਂਡ 1 ਦੀ ਫਾਰਮ ਦੇ ਵਿੱਚ ਕੰਪਿਊਟਰ ਨੂੰ ਇੰਸਟਰਕਸ਼ਨਸ ਦਿੰਦੀਆਂ। ਇਹਦੇ 'ਚ ਦੋ ਪਾਰਟ ਹੁੰਦੇ ਆ। ਇੱਕ ਹੁੰਦਾ ਔਪ ਕੋਡ। ਔਪ ਕੋਡ ਮੀਨਸ ਜਿਹੜੀ ਅਸੀਂ ਆਪਰੇਸ਼ਨ ਦੇਣੀ ਆ, ਐਡ ਕਰਨਾ, ਨੰਬਰਸ ਨੂੰ ਕਾਪੀ ਕਰਨਾ ਵਾ, ਮੂਵ ਕਰਨਾ ਵਾ, ਟ੍ਰਿਮ ਕਰਨਾ ਵਾ, ਜੋ ਵੀ ਅਸੀਂ ਕਰਨਾ। ਔਪਰੈਂਡ ਮਤਲਬ ਉਸ ਦਾ ਐਡਰੈਸ ਲੋਕੇਸ਼ਨ, ਜਿਸ ਜਗ੍ਹਾ 'ਤੇ ਡਾਟਾ ਪਿਆ ਹੈ ਜਿਨ 'ਤੇ ਆਪਾਂ ਉਹ ਆਪਰੇਸ਼ਨ ਕਰਨਾ। ਜਿਵੇਂ ਆਪਾਂ ਐਡ ਕਰਨਾ, ਆਪਾਂ ਇੱਥੇ ਔਪ ਕੋਡ ਹੈਗਾ, ਐਡ ਦਾ ਕੋਡ ਲਿਖਾਂਗੇ ਮਸ਼ੀਨ ਲੈਵਲ 0 1 ਦੀ ਫਾਰਮ ਦੇ ਵਿੱਚ। ਔਪਰੈਂਡ ਹੈਗੀ ਹੈ ਐਡਰੈਸ ਲੋਕੇਸ਼ਨ, ਫਸਟ ਐਡਰੈਸ ਲੋਕੇਸ਼ਨ, ਸੈਕੰਡ ਐਡਰੈਸ ਲੋਕੇਸ਼ਨ, ਜਿੱਥੇ ਉਹ ਨੰਬਰ ਪਏ ਨੇ ਜਿਨ੍ਹਾਂ ਨੂੰ ਆਪਾਂ ਐਡ ਕਰਨਾ ਵਾ। ਸੋ ਇਹ ਹੈ ਮਸ਼ੀਨ ਲੈਵਲ ਲੈਂਗੁਏਜ। ਇਹਦੇ 'ਚ ਆਪਾਂ ਸਿਰਫ 0 ਐਂਡ 1 ਹੀ ਯੂਜ਼ ਕਰਦੇ ਹਾਂ, ਅਦਰਵਾਈਜ਼ ਹੋਰ ਕੁਛ ਆਪਾਂ ਇਹ 'ਚ ਯੂਜ਼ ਨਹੀਂ ਕਰਦੇ। ਨੈਕਸਟ ਇਜ਼ ਅਸੈਂਬਲੀ ਲੈਵਲ ਲੈਂਗੁਏਜ। ਜਿਹੜੀ ਮਸ਼ੀਨ ਲੈਵਲ ਲੈਂਗੁਏਜ ਆ ਇਹ ਕੰਪਿਊਟਰ ਨੂੰ ਸਮਝ ਲਈ ਬਹੁਤ ਈਜ਼ੀ ਹੁੰਦੀ ਹੈ ਕਿਉਂਕਿ ਕੰਪਿਊਟਰ ਮਸ਼ੀਨ ਲੈਵਲ ਲੈਂਗੁਏਜ ਹੀ ਕੰਮ ਕਰਦਾ। ਲੇਕਿਨ ਅਗਰ ਆਪਾਂ ਪ੍ਰੋਗਰਾਮ ਲਿਖਣਾ ਵਾ ਮਸ਼ੀਨ ਲੈਵਲ ਲੈਂਗੁਏਜ ਤਾਂ ਆਪਣੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਏਗਾ, ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜੂ। ਕਿਉਂ ਮੁਸ਼ਕਿਲ ਹੋ ਜੂ? ਕਿਉਂਕਿ ਅਗਰ ਇੱਕ ਵੀ 0 ਜਗ੍ਹਾ 1 ਪਾਤਾ, ਇੱਕ ਵੀ ਮਿਸਟੇਕ ਕਰਤੀ, ਉਹ ਮਿਸਟੇਕ ਨੂੰ ਰੈਕਟੀਫਾਈ ਕਰਨਾ ਆਪਣੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੋਣੀ ਹੈ। ਔਰ ਸੈਕੰਡਲੀ ਜਿਹੜੇ ਮਸ਼ੀਨ ਲੈਵਲ ਲੈਂਗੁਏਜ ਹੁੰਦੇ ਆ ਪੋਰਟੇਬਲ ਨਹੀਂ ਹੁੰਦੇ। ਪੋਰਟੇਬਲ ਮਤਲਬ ਜਿਸ ਮਸ਼ੀਨ 'ਤੇ ਆਪਾਂ ਇਹਨੂੰ ਪ੍ਰੋਗਰਾਮਿੰਗ ਕੀਤੀ ਹੈ ਇਹ ਉਸੇ ਮਸ਼ੀਨ 'ਤੇ ਚੱਲੂਗੀ, ਦੂਸਰੀ ਮਸ਼ੀਨ 'ਤੇ ਨਹੀਂ ਚੱਲਣੀ। ਕਿਉਂ? ਕਿਉਂਕਿ ਹਰ ਇੱਕ ਮਸ਼ੀਨ ਦੇ ਜੋ ਔਪ ਕੋਡ ਅਤੇ ਔਪਰੈਂਡ ਦੇ ਕੋਡਿੰਗ ਆ ਉਹ ਅਲੱਗ-ਅਲੱਗ ਹੁੰਦੀ ਆ। ਸੋ ਇਸ ਲਈ ਆਪਾਂ ਸਰਕਟਸ ਅਲੱਗ-ਅਲੱਗ ਹੁੰਦੇ ਆ, ਇਸ ਲਈ ਇਹ ਪੋਰਟੇਬਲ ਨਹੀਂ ਆ। ਔਰ ਇਹਦੇ ਨਾਲ ਆਪਾਂ ਬਹੁਤ ਲਾਰਜ ਪ੍ਰੋਗਰਾਮ ਨਹੀਂ, ਬਹੁਤ ਛੋਟੇ ਪ੍ਰੋਗਰਾਮ ਬਣਾ ਸਕਦੇ ਹਾਂ, ਬਹੁਤ ਲਾਰਜ ਪ੍ਰੋਗਰਾਮ ਆਪਾਂ ਨਹੀਂ ਬਣਾ ਸਕਦੇ। ਔਰ ਨੈਕਸਟ ਜਿਹੜੀ ਲੈਂਗੁਏਜ ਹੈਗੀ ਆਪਣੀ ਉਹ ਹੈਗੀ ਆ ਅਸੈਂਬਲੀ ਲੈਵਲ ਲੈਂਗੁਏਜ। ਅਸੈਂਬਲੀ ਲੈਵਲ ਲੈਂਗੁਏਜ ਕੀ ਹੈ? ਇਹਨੂੰ ਲੋ ਲੈਵਲ ਲੈਂਗੁਏਜ ਵੀ ਕਹਿੰਦੇ ਆ। ਇਹ ਮਸ਼ੀਨ ਲੈਵਲ ਲੈਂਗੁਏਜ ਤੋਂ ਥੋੜ੍ਹੀ ਜਿਹੀ ਉੱਪਰ ਹੁੰਦੀ ਆ। ਇਹਦੇ 'ਚ ਆਪਾਂ ਇੰਗਲਿਸ਼ ਲਾਈਕ ਵਰਡ ਯੂਜ਼ ਕਰਦੇ ਹਾਂ ਜਿਹਨੂੰ ਆਪਾਂ ਬੋਲਦੇ ਹਾਂ ਨਿਮੋਨਿਕਸ, ਜਿਹਨੂੰ ਆਪਾਂ ਨਿਮੋਨਿਕਸ ਬੋਲਦੇ ਹਾਂ। ਇਹਦੇ ਵਿੱਚ ਆਪਾਂ 0 ਐਂਡ 1 ਯੂਜ਼ ਕਰਦੇ ਸੀ, ਇਹਦੇ 'ਚ ਆਪਾਂ ਕੁਛ ਨਿਮੋਨਿਕ ਕੋਡ ਯੂਜ਼ ਕਰਦੇ ਹਾਂ। ਸੇਮ ਹੁੰਦਾ ਔਪ ਕੋਡ, ਔਪਰੈਂਡ ਸੇਮ ਹੁੰਦਾ, ਲੇਕਿਨ 0 0 1 0 0 1 ਲਿਖ ਕੇ ਕੋਡ ਲਿਖਣ ਦੀ ਬਜਾਏ ਆਪਾਂ ਕੁਛ ਨਿਮੋਨਿਕ ਯੂਜ਼ ਕਰ ਲੈਂਦੇ, ਸਿੰਬਲ ਜਿਵੇਂ ਆਪਾਂ ਕਹਿੰਦੇ ਹਾਂ, ਜਿਹਨੂੰ ਆਪਾਂ ਜਿਸ ਤਰ੍ਹਾਂ ਆਪਾਂ ਐਡ ਲਈ ਯੂਜ਼ ਕਰ ਲੈਂਦੇ ਹਾਂ ਐਡ, ਮਲਟੀਪਲਾਈ ਲਈ MUX ਮਲਟੀਪਲਾਈ ਕਰਨ ਲਈ, ਕਾਪੀ ਲਈ COP, ਅਲੱਗ-ਅਲੱਗ ਕੋਡ ਆਪਾਂ ਯੂਜ਼ ਕਰ ਲੈਂਦੇ ਹਾਂ। ਔਰ ਸੇਮ ਅੱਗੇ ਹੁੰਦਾ ਜਿਹੜੀ ਐਡਰੈਸ ਹੁੰਦਾ ਵਾ ਉਹ ਆਪਾਂ ਹੈਕਸਾਡੈਸੀਮਲ ਨੰਬਰ 'ਚ ਲਿਖ ਦਿੰਦੇ ਹਾਂ। ਪਹਿਲਾਂ 0 1 ਦੀ ਫਾਰਮ 'ਚ ਲਿਖਦੇ, ਹੈਕਸਾਡੈਸੀਮਲ 'ਚ ਨੰਬਰ 'ਚ ਲਿਖਦੇ ਹਾਂ, ਜਿਹੜਾ ਕਿ ਈਜ਼ੀ ਹੁੰਦਾ ਵਾ। ਔਰ ਜਿਹੜੀ ਇਹ ਲੈਂਗੁਏਜ ਹੁੰਦੀ ਹੈ ਇਹ ਲੈਂਗੁਏਜ ਵੀ
ਕਾਫੀ ਡਿਫੀਕਲਟ ਹੁੰਦੀ ਹੈ ਕਿਉਂਕਿ ਤੁਹਾਨੂੰ ਸਾਰੇ ਕੋਡਿੰਗ ਦੇ ਜਿਹੜੇ ਨੰਬਰ ਨੇ ਉਹ ਯਾਦ ਕਰਨੇ ਪੈਂਦੇ ਨੇ ਔਰ ਇਹਦੇ ਨਾਲ ਆਪਾਂ ਲਾਰਜ ਸੌਫਟਵੇਅਰ ਨਹੀਂ ਬਣਾ ਸਕਦੇ। ਕੋਈ ਲਾਰਜ ਪ੍ਰੋਗਰਾਮ ਆਪਾਂ ਇਹਨਾਂ ਰਾਈਟ ਨਹੀਂ ਕਰਦੇ, ਛੋਟੇ ਛੋਟੇ ਪ੍ਰੋਗਰਾਮ ਨੂੰ ਰਾਈਟ ਕਰਨੀ ਆਪਣੇ ਕੰਮ ਹੁੰਦੀ ਹੈ। ਸੋ ਨੈਕਸਟ ਇਹ ਸੀਗੀ ਆਪਣੀ ਪਹਿਲੀ ਮਸ਼ੀਨ ਲੈਵਲ ਲੈਂਗੁਏਜ ਜਿਹਦੇ 'ਚ ਆਪਾਂ 0 ਐਂਡ 1 ਯੂਜ਼ ਕਰਦੇ ਹਾਂ। ਨੈਕਸਟ ਇਜ਼ ਅਸੈਂਬਲੀ ਲੈਵਲ ਲੈਂਗੁਏਜ, ਇਹਨੂੰ ਲੋ ਲੈਵਲ ਲੈਂਗੁਏਜ ਵੀ ਕਹਿ ਦਿੰਦੇ ਹਾਂ, ਜਿਹਦੇ 'ਚ ਆਪਾਂ ਇੰਗਲਿਸ਼ ਲਾਈਕ ਵਰਡ ਯੂਜ਼ ਕਰਦੇ ਹਾਂ, ਨਿਮੋਨਿਕਸ ਅਲੱਗ-ਅਲੱਗ। ਇਹ ਜਿਹੜੀ ਲੈਂਗੁਏਜ ਹੁੰਦੀ ਹੈ ਇਹ ਵੀ ਪੋਰਟੇਬਲ ਨਹੀਂ ਹੁੰਦੀ ਔਰ ਇਹਨੂੰ ਯੂਜ਼ ਕਰਨ ਲਈ ਅਸੈਂਬਲੀ ਲੈਂਗੁਏਜ ਨੂੰ ਯੂਜ਼ ਕਰਨ ਨੂੰ ਆਪਾਂ ਇੱਕ ਸੌਫਟਵੇਅਰ ਚਾਹੀਦਾ ਹੁੰਦਾ, ਕੰਪਾਈਲਰ ਚਾਹੀਦਾ, ਜਿਹਨੂੰ ਆਪਾਂ ਅਸੈਂਬਲਰ ਕਹਿੰਦੇ ਹਾਂ, ਟਰਾਂਸਲੇਟਰ, ਜਿਹੜਾ ਕੀ ਕਰਦਾ ਵਾ ਜਿਹੜੇ ਆਪਾਂ ਨਿਮੋਨਿਕਸ ਜਿਹੜੇ ਸਿੰਬਲਸ ਲਿਖੇ ਆ ਸਿੰਬਲਸ ਨੂੰ ਟਰਾਂਸਲੇਟ ਕਰਦਾ ਵਾ ਮਸ਼ੀਨ ਲੈਵਲ ਲੈਂਗੁਏਜ ਦੇ ਵਿੱਚ। ਔਰ ਨੈਕਸਟ ਆਪਣੀ ਲੈਂਗੁਏਜ ਹੈਗੀ ਆ ਹਾਈ ਲੈਵਲ ਲੈਂਗੁਏਜ। ਹਾਈ ਲੈਵਲ ਲੈਂਗੁਏਜ ਮਸ਼ੀਨ ਲੈਵਲ ਲੈਂਗੁਏਜ ਦੀ ਐਗਜ਼ਾਮਪਲ ਜਿਵੇਂ ਆਪਾਂ ਦੇਖਿਆ ਸੀ ਕਿ 0 ਐਂਡ 1 ਫਾਰਮ 'ਤੇ ਲਿਖਦੇ ਹਾਂ। ਅਸੈਂਬਲੀ ਲੈਵਲ ਦੀ ਲੈਂਗੁਏਜ ਹੁੰਦੀ ਹੈ, ਮਾਈਕਰੋਪ੍ਰੋਸੈਸਰ 8085 ਦੀ ਲੈਂਗੁਏਜ ਹੁੰਦੀ ਹੈ, ਉਹਨੂੰ ਆਪਾਂ ਅਸੈਂਬਲੀ ਲੈਵਲ ਲੈਂਗੁਏਜ ਬੋਲਦੇ ਹਾਂ। ਹੁਣ ਹਾਈ ਲੈਵਲ ਲੈਂਗੁਏਜ ਜਿਹੜੀ ਹੁੰਦੀ ਆ ਇਹ ਬੇਸਿਕਲੀ ਇੰਗਲਿਸ਼, ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ, ਇੰਗਲਿਸ਼ ਲੈਂਗੁਏਜ ਯੂਜ਼ ਕਰਦੇ ਹਾਂ, ਉਸੇ ਤਰੀਕੇ ਦੀ ਇੱਕ ਲੈਂਗੁਏਜ ਹੁੰਦੀ ਆ। ਇਹਦੇ 'ਚ ਕੁਝ ਸੈਂਟੈਕਸ ਹੁੰਦੇ ਨੇ। ਸੈਂਟੈਕਸ ਮੀਨਸ ਕੁਛ ਉਹਨਾਂ ਨੇ ਰੂਲਸ ਹੁੰਦੇ ਨੇ, ਕੁਛ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ ਕੋਡਿੰਗ ਦੇ ਦੌਰਾਨ, ਮਸ਼ੀਨ ਨੂੰ ਪ੍ਰੋਗਰਾਮਿੰਗ ਕਰਨ ਦੌਰਾਨ, ਜਿਹੜੇ ਕਿ ਆਪਾਂ ਯੂਜ਼ ਕਰਨੇ ਹੁੰਦੇ ਨੇ। ਸੋ ਹਾਈ ਲੈਵਲ ਲੈਂਗੁਏਜ ਜਿਹੜੀ ਆ ਬਹੁਤ ਜ਼ਿਆਦਾ ਈਜ਼ੀ ਹੈ, ਠੀਕ ਹੈ। ਔਰ ਕਿਉਂਕਿ ਇਹਦੀ ਜਿਹੜੀ ਲੈਂਗੁਏਜ ਲਿਖਣ ਦਾ ਢੰਗ ਆ ਜਿਵੇਂ ਆਪਣੀ ਲੈਂਗੁਏਜ ਇੰਗਲਿਸ਼ ਲੈਂਗੁਏਜ ਉਹਦੇ ਕੋਈ ਸੇਮ ਹੀ ਹੁੰਦਾ ਵਾ। ਇਸ ਤੋਂ ਇਲਾਵਾ ਜਿਹੜੀ ਹਾਈ ਲੈਵਲ ਲੈਂਗੁਏਜ ਆ ਉਹ ਪੋਰਟੇਬਲ ਆ। ਪੋਰਟੇਬਲ ਮਤਲਬ ਇਹ ਇੱਕ ਮਸ਼ੀਨ 'ਤੇ ਡਿਪੈਂਡੈਂਟ ਨਹੀਂ ਹੈ। ਜਿਵੇਂ ਤੁਸੀਂ ਸੀ ਲੈਂਗੁਏਜ 'ਤੇ ਪ੍ਰੋਗਰਾਮ ਲਿਖਿਆ, ਅਗਰ ਦੂਸਰੀ ਮਸ਼ੀਨ 'ਤੇ ਤੁਸੀਂ ਸੀ ਲੈਂਗੁਏਜ ਨੂੰ ਕਾਪੀ ਕਰੋਗੇ ਤਾਂ ਦੂਸਰੀ ਮਸ਼ੀਨ 'ਤੇ ਵੀ ਆਪਣਾ ਸੀ ਲੈਂਗੁਏਜ ਪ੍ਰੋਗਰਾਮ ਨੂੰ ਰਨ ਕਰੋਗੇ ਤਾਂ ਦੂਸਰੀ ਮਸ਼ੀਨ 'ਤੇ ਵੀ ਆਪਣਾ ਦੂਸਰੇ ਕੰਪਿਊਟਰ 'ਤੇ ਵੀ ਸੀ ਲੈਂਗੁਏਜ ਚਲੇ ਜਾਏਗੀ। ਜਿਵੇਂ C++ ਦਾ ਅਸੀਂ ਪ੍ਰੋਗਰਾਮ ਇੱਕ ਲੈਂਗੁਏਜ 'ਤੇ ਬਣਾਇਆ, ਉਹਨੂੰ ਦੂਸਰੇ ਕੰਪਿਊਟਰ 'ਤੇ ਜਾ ਕੇ ਰਨ ਕਰ ਲਓਗੇ ਤੁਸੀਂ। ਸੀ ਕੰਪਿਊਟਰ ਨੂੰ ਉੱਥੇ ਟਰਾਂਸਲੇਟ ਜਿਹੜਾ ਪ੍ਰੋਗਰਾਮ ਆ ਉਹਨੂੰ ਇੰਸਟਾਲ ਕਰ ਲਓ, ਤੁਸੀਂ ਉਹਨੂੰ ਉੱਥੇ ਵੀ ਰਨ ਕਰ ਸਕਦੇ ਹੋ। ਮਤਲਬ ਜਿਹੜੇ ਮਰਜ਼ੀ ਸਿਸਟਮ 'ਤੇ ਅਸੀਂ ਇਹਨੂੰ ਰਨ ਕਰਦੇ ਹਾਂ, ਪੋਰਟੇਬਲ ਆ। ਤੁਸੀਂ ਪ੍ਰੋਗਰਾਮ ਮੈਂ ਇੱਥੇ ਆਪਣੇ ਕੰਪਿਊਟਰ 'ਤੇ ਬਣਾ ਰਿਹਾ ਔਰ ਜਾ ਕੇ ਮੈਂ ਪ੍ਰੋਗਰਾਮ ਨੂੰ ਕਲਾਇੰਟ ਜਿਹੜਾ ਜਿਹਦੇ ਮੈਂ ਪ੍ਰੋਗਰਾਮ ਬਣਾਇਆ ਉਹਦੇ ਕੰਪਿਊਟਰ 'ਤੇ ਜਾ ਕੇ ਵੀ ਮੈਂ ਲੈਂਗੁਏਜ ਨੂੰ ਚਲਾ ਸਕਦਾ ਹਾਂ। ਸੋ ਇਹ ਹੈਗੀ ਆ ਹਾਈ ਲੈਵਲ ਲੈਂਗੁਏਜ। ਹੁਣ ਆਪਾਂ ਦੋ ਲੈਂਗੁਏਜ ਪੜ੍ਹਿਆ ਸੀਗਾ। ਹਾਈ ਦੀ ਆਪਣੀ ਐਡਵਾਂਟੇਜਸ ਨੇ। ਮਸ਼ੀਨ ਲੈਵਲ ਲੈਂਗੁਏਜ ਦੀ ਐਡਵਾਂਟੇਜ ਕੀ ਹੈ ਕਿ ਸਾਨੂੰ ਕੋਈ ਟਰਾਂਸਲੇਟਰ ਦੀ ਲੋੜ ਨਹੀਂ ਪੈਂਦੀ, ਕਿਉਂਕਿ ਡਾਇਰੈਕਟਲੀ ਆਪਾਂ 0 1 ਦੇ ਵਿੱਚ ਲਿਖਿਆ ਹੋਇਆ ਵਾ ਤਾਂ 0 1 ਦੇ ਵਿੱਚ ਹੀ ਆਰਾਮ ਨਾਲ ਉਹਨੇ ਕੰਪਿਊਟਰ ਨੇ ਅੰਡਰਸਟੈਂਡ ਕਰ, ਉਹੀ ਲੈਂਗੁਏਜ ਕੰਪਿਊਟਰ ਅੰਡਰਸਟੈਂਡ ਕਰਦਾ ਔਰ ਸਾਨੂੰ ਆਪਣਾ ਈਜ਼ੀਲੀ ਉਹਨੂੰ ਜਿਹੜੀ ਕੰਪਿਊਟਰ ਅੰਡਰਸਟੈਂਡ ਕਰਕੇ ਉਹਨੂੰ ਕਨਵਰਟ ਕਰਕੇ ਉਹਨੂੰ ਜੋ ਵੀ ਉਹਨੇ ਆਪਾਂ ਨੂੰ ਕੰਮ ਕਰਨਾ ਕਿਹਾ ਹੁੰਦਾ ਕੰਪਿਊਟਰ ਲੈਂਗੁਏਜ ਉਹਨੂੰ ਉਹ ਯੂਜ਼ ਕਰ ਲੈਂਦਾ, ਉਹਨੂੰ ਕੰਮ ਨੂੰ ਕਰ ਦਿੰਦਾ। ਮਤਲਬ ਆਪਾਂ ਨੂੰ ਇੱਕ ਟਰਾਂਸਲੇਟਰ ਦੀ ਲੋੜ ਨਹੀਂ ਪੈਂਦੀ, ਇੱਕ ਕੋਈ ਟਾਈਮ ਆਪਣੀ ਬਚਤ ਹੋ ਜਾਂਦੀ ਹੈ ਕਿਉਂਕਿ ਆਲਰੇਡੀ ਕੰਪਿਊਟਰ ਮਸ਼ੀਨ ਲੈਵਲ 'ਚ ਲਿਖਿਆ ਹੋਇਆ ਉਹਨੂੰ ਸਿੱਧਾ ਐਗਜ਼ੀਕਿਊਟ ਹੀ ਕਰਦਾ ਵਾ। ਲੇਕਿਨ ਇਹਦੀ ਡਿਸਐਡਵਾਂਟੇਜ ਕੀ ਹੈ ਕਿ ਇਹ ਲੈਂਗੁਏਜ ਲਿਖਣੀ ਬਹੁਤ ਹੀ ਜ਼ਿਆਦਾ ਔਖੀ ਹੈ, ਇਹਨੂੰ ਸਮਝਣਾ ਬਹੁਤ ਜ਼ਿਆਦਾ ਔਖਾ ਵਾ। ਅਗਰ ਕहीं 'ਚ ਐਰਰ ਆ ਜੇ, ਐਰਰ ਨੂੰ ਲੱਭਣਾ ਬਹੁਤ ਜ਼ਿਆਦਾ ਔਖਾ ਵਾ। ਥਰਡਲੀ ਕੋਈ ਤੁਸੀਂ ਲਾਰਜ ਪ੍ਰੋਗਰਾਮ ਇਹਦੇ ਵਿੱਚ ਨਹੀਂ ਲਿਖ ਸਕਦੇ। ਛੋਟੇ 5 10 ਲਾਈਨਾਂ ਦੇ ਤੁਸੀਂ ਪ੍ਰੋਗਰਾਮ ਲਿਖ ਸਕਦੇ ਹੋ। ਬਹੁਤਾ ਵੱਡਾ ਪ੍ਰੋਗਰਾਮ ਤੁਸੀਂ ਮਸ਼ੀਨ ਲੈਵਲ ਲੈਂਗੁਏਜ ਨਹੀਂ ਲਿਖ ਸਕਦੇ ਕਿਉਂਕਿ ਉਹ ਬਹੁਤ ਹੀ ਵੱਡਾ ਪ੍ਰੋਗਰਾਮ ਬਣ ਜਾਣਾ ਵਾ ਔਰ ਉਹ ਇੰਨਾ ਵੱਡਾ ਪ੍ਰੋਗਰਾਮ ਆਪਣੇ ਕੋਲ ਸੰਭਲਣਾ ਨਹੀਂ ਹੈ, ਸਾਨੂੰ ਪਤਾ ਨਹੀਂ ਲੱਗਣਾ ਕਿੱਥੇ ਕੀ ਗਲਤੀ ਹੋ ਰਹੀ ਹੈ। ਸੋ ਇਸੇ ਤਰੀਕੇ ਨਾਲ ਇਹਦੀ ਥੋੜ੍ਹੀ ਜਿਹੀ ਐਡਵਾਂਸ ਫਾਰਮ ਹੋ ਗਈ ਅਸੈਂਬਲੀ ਲੈਵਲ ਲੈਂਗੁਏਜ। ਇਹਦੀ ਕੀ ਐਡਵਾਂਟੇਜਸ ਆ ਕਿਉਂਕਿ ਇਹ 'ਚ ਆਪਾਂ ਇੱਕ ਨਿਮੋਨਿਕਸ ਵਰਡ ਯੂਜ਼ ਕਰ ਲੈਂਦੇ ਹਾਂ, ਸਿੰਬਲਿਕ ਲੈਂਗੁਏਜ ਯੂਜ਼ ਕਰ ਲੈਂਦੇ, ਜਿਵੇਂ ਵਨ ਵਰਡ ਐਡ ਵਰਡ ਯੂਜ਼ ਕਰ ਲਿਆ, ਕਾਪੀ ਮੋਡੀਫਾਈ ਵਰਡ, ਅਲੱਗ-ਅਲੱਗ ਤਰੀਕੇ ਦੇ ਵਰਡ ਆਪਾਂ ਯੂਜ਼ ਕਰਕੇ ਆਪਾਂ ਨੂੰ 0 1 0 1 ਨਹੀਂ ਲਿਖਣਾ ਪੈਂਦਾ। ਉਹਦੀ ਜਗ੍ਹਾ 'ਤੇ ਆਪਾਂ ਇੱਕ ਵਰਡ ਲਿਖ ਦਿੰਦੇ ਹਾਂ। ਐਡਰੈਸ ਵੀ ਆਪਾਂ ਨੂੰ 0 1 ਦੀ ਫਾਰਮ 'ਚ ਲਿਖਣਾ ਪੈਂਦਾ, ਹੈਕਸਾਡੈਸੀਮਲ 'ਚ ਆਪਾਂ ਐਡਰੈਸ ਲਿਖ ਦਿੰਦੇ ਹਾਂ। ਸੋ ਇਹਦਾ ਕੀ ਹੈ, ਇਹ ਉਹਦੇ ਨਾਲ ਥੋੜ੍ਹੀ ਐਡਵਾਂਟੇਜ ਮਿਲ ਗਈ ਆਪਾਂ ਨੂੰ ਕਿਉਂਕਿ ਥੋੜ੍ਹੀ ਜਿਹੀ ਈਜ਼ੀ ਹੋ ਗਈ ਮਸ਼ੀਨ ਲੈਵਲ ਲੈਂਗੁਏਜ ਨਾਲੋਂ। ਲੇਕਿਨ ਇਹ ਵੀ ਥੋੜ੍ਹੀ ਔਖੀ ਹੈ, ਇਹ ਵੀ ਪੋਰਟੇਬਲ ਨਹੀਂ ਹੈਗੀ। ਔਰ ਕਿਉਂਕਿ ਅਗਰ ਮੈਂ ਪ੍ਰੋਗਰਾਮ ਇੱਥੇ ਬਣਾਵਾਂ ਕਿਸੇ ਹੋਰ ਕੰਪਿਊਟਰ 'ਤੇ ਚਲਾਵਾਂ ਤਾਂ ਮੈਨੂੰ ਚੱਲਣਾ ਨਹੀਂ ਹੈ ਕਿਉਂਕਿ ਜਿਹੜੇ ਸੈੱਟ ਮੇਰੇ ਕੋਲ ਲੈਂਗੁਏਜ ਦਾ ਸੈੱਟ ਇਸ ਪ੍ਰੋਗਰਾਮ 'ਚ ਉਹ ਦੂਜੇ ਜਿਹੜੇ ਕੰਪਿਊਟਰ 'ਚ ਡਿਫਰੈਂਟ ਹੋਊਗਾ ਸੈੱਟ। ਦੋਨੋਂ ਸੇਮ ਕੰਪਿਊਟਰ ਚਾਹੀਦੇ ਤਾਂ ਹੀ ਉਹ ਚੱਲ ਪਾਊਗੀ। ਸੋ ਇਹਦੇ ਵਿੱਚ ਵੀ ਡਿਫੀਕਲਟੀਜ਼ ਹੈਗੀਆਂ ਨੇ ਕਿਉਂਕਿ ਦੇਖੋ ਇਹ ਬਹੁਤ ਈਜ਼ੀ ਔਖੀ ਹੈ। ਵੱਡੇ ਪ੍ਰੋਗਰਾਮ ਆਪਾਂ ਨਹੀਂ ਬਣਾ ਸਕਦੇ, ਕੁਝ ਜ਼ਿਆਦਾ ਇਹ 'ਚ ਆਪਾਂ ਨੂੰ ਆਜ਼ਾਦੀ ਨਹੀਂ ਹੈਗੀ ਅਲੱਗ-ਅਲੱਗ ਕੰਮ ਕਰਨ ਦੀ। ਸਿੰਪਲ ਆਪਾਂ ਪ੍ਰੋਗਰਾਮ ਬਣਾ ਸਕਦੇ ਹਾਂ। ਲੇਕਿਨ ਇਹਦਾ ਡਿਸਐਡਵਾਂਟੇਜ ਕੀ ਹੈ, ਐਡਵਾਂਟੇਜ ਕੀ ਹੈ ਕਿ ਇਹ ਸਾਡਾ ਥੋੜ੍ਹੀ ਜਿਹੀ ਮਸ਼ੀਨ ਲੈਵਲ ਲੈਂਗੁਏਜ ਨਾਲੋਂ ਥੋੜ੍ਹੀ ਈਜ਼ੀ ਹੈ। ਨੈਕਸਟ ਜਿਹੜੀ ਲੈਂਗੁਏਜ ਆਪਾਂ ਕਰਾਂਗੇ ਉਹ ਹੈਗੀ ਹੈ ਹਾਈ ਲੈਵਲ ਲੈਂਗੁਏਜ। ਹੁਣ ਜਿੰਨੇ ਵੀ ਪ੍ਰੋਗਰਾਮ ਬਣਦੇ ਨੇ ਸਾਰੇ ਅੱਜ ਕੱਲ੍ਹ ਹਾਈ ਲੈਵਲ ਲੈਂਗੁਏਜ 'ਚ ਬਣਦੇ ਨੇ। ਕਿਉਂ ਹਾਈ ਲੈਵਲ ਲਾਉਂਦੇ ਆ ਕਿਉਂਕਿ ਇਹਦੀ ਪ੍ਰੋਗਰਾਮਿੰਗ ਬਹੁਤ ਜ਼ਿਆਦਾ ਈਜ਼ੀ ਹੁੰਦੀ ਹੈ।
ਬਹੁਤ ਜ਼ਿਆਦਾ ਈਜ਼ੀ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਹਿਊਮਨ ਲੈਵਲ ਲੈਂਗੁਏਜ ਗੱਲਾਂ ਕਰਦੇ ਹਾਂ, ਜਿਵੇਂ ਸੀ ਲੈਂਗੁਏਜ, ਉਹਨਾਂ 'ਚ ਆਪਾਂ ਸੇਮ ਆਪਣਾ ਪ੍ਰੋਗਰਾਮ ਲਿਖਦੇ ਹਾਂ, ਕਾਪੀ ਜੋ ਵੀ ਆਪਾਂ ਲਿਖਦੇ ਹਾਂ ਸੇਮ ਆਪਾਂ ਸੀ ਲੈਵਲ ਲੈਂਗੁਏਜ ਦਾ ਮੈਂ ਦਿਖਾ ਦਿੰਦਾ। ਸੋ ਇਹ ਆਰਾਮ ਨਾਲ ਆਪਾਂ ਦੇਖ ਸਕਦੇ ਹਾਂ, ਇਹ ਹਾਈ ਲੈਵਲ ਲੈਂਗੁਏਜ ਆ। ਇਹਦੇ 'ਚ ਆਪਾਂ ਦੇਖ ਸਕਦੇ ਹਾਂ ਕਿ ਇਫ ਐਲਸ ਸਟੇਟਮੈਂਟ ਯੂਜ਼ ਹੋਈ ਆ ਸਾਰਾ ਪ੍ਰੋਗਰਾਮ ਹੈ ਈਜ਼ੀ। ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਉਹ ਸੇਮ ਐਸੇ ਪ੍ਰੋਗਰਾਮ ਲਿਖਿਆ ਹੋਇਆ, ਇਹਨੂੰ ਆਪਾਂ ਲਰਨ ਕਰਕੇ ਈਜ਼ੀਲੀ ਇਹਨੂੰ ਕਰ ਸਕਦੇ। ਜਿਹੜਾ ਸੈਂਟੈਕਸ ਆ ਉਹ ਵੀ ਆਪਣੀ ਲੈਂਗੁਏਜ ਦੇ ਵਰਗਾ ਹੀ ਆ। ਸੋ ਇਹਦੇ 'ਚ ਕੀ ਬੈਨੀਫਿਟ ਆ ਆਪਣਾ, ਇਹਦੇ ਇੱਕ ਤਾਂ ਜਿਹੜੀ ਹਾਈ ਲੈਵਲ ਲੈਂਗੁਏਜ ਆ ਸਿੱਖਣੀ ਬਹੁਤ ਈਜ਼ੀ ਆ। ਸੈਕੰਡਲੀ ਇਹ ਪੋਰਟੇਬਲ ਹੁੰਦੀ ਹੈ, ਮਸ਼ੀਨ ਡਿਪੈਂਡੈਂਟ ਨਹੀਂ ਹੁੰਦੀ, ਕਿਉਂਕਿ ਇੱਕ ਸੋਫਟਵੇਅਰ ਹੁੰਦਾ ਵਾ। ਸੋਫਟਵੇਅਰ ਇੱਕ ਲੈਂਗੁਏਜ ਹੁੰਦੀ ਹੈ, ਲੈਂਗੁਏਜ ਦੇ ਉੱਪਰ ਆਪਾਂ ਪ੍ਰੋਗਰਾਮਿੰਗ ਕਰਦੇ ਹਾਂ। ਜਿੱਥੇ ਆਪਾਂ ਲੈਂਗੁਏਜ ਦਾ ਅਸੈਂਬਲਰ ਕੰਪਾਈਲਰ ਰੱਖਿਆ ਹੁੰਦਾ, ਕੰਪਾਈਲਰ ਨੂੰ ਰੱਖ ਕੇ ਆਪਾਂ ਕਿਸੇ ਵੀ ਕੰਪਿਊਟਰ 'ਤੇ ਇਹਨੂੰ ਵਰਕ ਕਰ ਸਕਦੇ ਹਾਂ। ਸੋ ਇਹਦੀ ਐਡਵਾਂਟੇਜਸ ਬਹੁਤ ਨੇ। ਨੰਬਰ 1 ਐਡਵਾਂਟੇਜ ਇਹਦੀ ਕੀ ਹੈ ਕਿ ਲਰਨ ਕਰਨੀ ਸੌਖੀ ਆ ਸਿੰਬੋਲਿਕ ਲੈਂਗੁਏਜ ਨਾਲੋਂ ਜਾਂ ਮਸ਼ੀਨ ਲੈਵਲ ਲੈਂਗੁਏਜ ਨਾਲੋਂ। ਰਾਈਟ ਕਰਨ ਲਈ ਆਪਾਂ ਨੂੰ ਬਹੁਤ ਘੱਟ ਟਾਈਮ ਚਾਹੀਦਾ। ਜਿਵੇਂ ਆਪਾਂ ਆਹ ਪ੍ਰੋਗਰਾਮ ਆ, ਅਗਰ ਇਹ ਪ੍ਰੋਗਰਾਮ ਆਪਾਂ ਉਹਦੇ ਵਿੱਚ ਮਸ਼ੀਨ ਲੈਵਲ ਲੈਂਗੁਏਜ ਕਰਨਾ ਪੈਂਦਾ ਤਾਂ ਘੱਟੋ ਘੱਟ 15-20 ਪੇਜ ਦਾ ਪ੍ਰੋਗਰਾਮ ਹੋਣਾ ਸੀ, 01 ਲਿਖ ਕੇ। ਅਗਰ ਆਪਾਂ ਇਹਨੂੰ ਅਸੈਂਬਲੀ ਲੈਵਲ ਪ੍ਰੋਗਰਾਮ 'ਚ ਇਹਨੂੰ ਲਿਖਦੇ ਤਾਂ ਇਹ 4-5 ਪੇਜ ਦਾ ਪ੍ਰੋਗਰਾਮ ਬਣਨਾ ਸੀ। ਲੇਕਿਨ ਇੱਥੇ ਆਪਾਂ ਕੀ ਦੇਖ ਰਹੇ ਹਾਂ, 5 ਪੇਜ ਤੋਂ ਜ਼ਿਆਦਾ ਹੀ ਬਣ ਜਾਣਾ ਸੀ, 5-7 ਪੇਜ ਦਾ ਬਣ ਜਾਣਾ ਸੀਗਾ। ਲੇਕਿਨ ਆਪਾਂ ਇੱਥੇ ਕੀ ਦੇਖਦੇ ਹਾਂ, ਸਿਰਫ ਹਾਫ ਪੇਜ ਦਾ ਪ੍ਰੋਗਰਾਮ ਬਣ ਗਿਆ ਹਾਈ ਲੈਵਲ ਲੈਂਗੁਏਜ ਦੇ ਵਿੱਚ। ਤਾਂ ਇਹਦੇ 'ਚ ਆਪਾਂ ਕੀ ਕਹਾਂਗੇ, ਇੱਕ ਤਾਂ ਇਹਦੇ 'ਚ ਟਾਈਮ ਬਹੁਤ ਘੱਟ ਲੱਗਦਾ ਰਾਈਟ ਕਰਨ ਨੂੰ, ਮੇਨਟੇਨ ਕਰਨਾ ਈਜ਼ੀ ਆ, ਬੈਟਰ ਆਪਾਂ ਡਾਕੂਮੈਂਟੇਸ਼ਨ ਕਰ ਸਕਦੇ ਹਾਂ, ਠੀਕ ਹੈ। ਔਰ ਜਿਹੜੇ ਆਪਾਂ ਇਸ ਪ੍ਰੋਗਰਾਮ ਲਿਖਦੇ ਹਾਂ, ਜਿਸ ਵੀ ਸਿਸਟਮ 'ਤੇ ਸੀ ਕੰਪਾਈਲਰ ਹੋਊਗਾ ਪੋਰਟੇਬਲ ਆ, ਉਸ ਜਗ੍ਹਾ 'ਤੇ ਆਪਾਂ ਇਹਨੂੰ ਚਲਾ ਸਕਦੇ ਹਾਂ ਜਾ ਕੇ, ਠੀਕ ਹੈ। ਹੁਣ ਜਿਸ ਤਰ੍ਹਾਂ ਸਿੰਪਲ ਆਪਾਂ ਦੱਸਿਆ ਕਿ ਟਾਈਮ ਘੱਟ ਲੱਗਦਾ, ਲੋਅਰ ਲੈਵਲ ਦੀਆਂ 4-5 ਇੰਸਟਰਕਸ਼ਨਸ, ਹਾਈ ਲੈਵਲ ਦੀ ਸਿਰਫ ਇੱਕ ਇੰਸਟਰਕਸ਼ਨ ਰਹਿ ਜਾਂਦੀ ਹੈ। ਉਹਦੇ ਲਈ ਆਪਾਂ ਨੂੰ ਇੱਕ ਵਰਡ ਲਈ ਜਿਹੜੀ ਸੈਂਟੈਂਸ ਲਈ ਇਹਦੀ 4-5 ਇੰਸਟਰਕਸ਼ਨ ਲਿਖਣੀਆਂ ਪੈਂਦੀਆਂ। ਹਾਈ ਲੈਵਲ ਲੈਂਗੁਏਜ ਆਪਾਂ ਸਿੰਗਲ ਇੰਸਟਰਕਸ਼ਨ ਲਿਖਦੇ ਹਾਂ। ਸੋ ਇਹਦੇ ਵਿੱਚ ਲੇਕਿਨ ਇਹਦੀਆਂ ਕੁਝ ਥੋੜ੍ਹੀਆਂ ਡਿਸਐਡਵਾਂਟੇਜ ਵੀ ਹੈਗੀਆਂ। ਡਿਸਐਡਵਾਂਟੇਜ ਇਹੀ ਹੈ ਕਿ ਆਪਾਂ ਨੂੰ ਜਿਹੜਾ ਹਾਈ ਲੈਵਲ ਪ੍ਰੋਗਰਾਮ ਆ ਉਹਨੂੰ ਕਨਵਰਟ ਕਰਨਾ ਪੈਂਦਾ ਮਸ਼ੀਨ ਲੈਵਲ ਪ੍ਰੋਗਰਾਮ ਲਈ। ਉਹਨੂੰ ਸਾਨੂੰ ਕੁਝ ਯੂਜ਼ ਕਰਨਾ ਪੈਂਦਾ, ਕੰਪਾਈਲਰ ਜਾਂ ਇੰਟਰਪ੍ਰੀਟਰ ਯੂਜ਼ ਕਰਨਾ ਪੈਂਦਾ, ਉਹਨੂੰ ਆਪਾਂ ਕਨਵਰਟ ਕਰਨਾ ਪੈਂਦਾ ਮਸ਼ੀਨ ਲੈਵਲ ਲੈਂਗੁਏਜ ਦੇ ਵਿੱਚ। ਔਰ ਨੈਕਸਟ ਇੱਕ ਡਿਸਐਡਵਾਂਟੇਜ ਆ, ਲੇਕਿਨ ਇਹ ਬੇਸਿਕਲੀ ਜਿਹੜੀ ਇਹ ਡਿਸਐਡਵਾਂਟੇਜ ਆ ਇਹ ਕੋਈ ਇੰਨੀ ਜ਼ਿਆਦਾ ਡਿਸਐਡਵਾਂਟੇਜ ਨਹੀਂ ਹੈਗੀ, ਇੰਨੀ ਜ਼ਿਆਦਾ ਵੱਡੀ ਮਤਲਬ ਕਿ ਆਪਾਂ ਨੂੰ ਯੂਜ਼ ਨਾ ਕਰੀਏ। ਜਿਹੜੀਆਂ ਐਡਵਾਂਟੇਜ ਬਹੁਤ ਜ਼ਿਆਦਾ ਨੇ। ਸੋ ਇਸੇ ਲਈ ਜਿਹੜੀ ਆ ਆਪਾਂ ਹਾਈ ਲੈਵਲ ਲੈਂਗੁਏਜ ਨੂੰ ਯੂਜ਼ ਕਰਦੇ ਹਾਂ। ਹੁਣ ਨੈਕਸਟ ਜਿਹੜਾ ਟੋਪਿਕ ਆਪਾਂ ਕਰਾਂਗੇ ਉਹ ਆਪਾਂ ਕਰਾਂਗੇ ਲੈਂਗੁਏਜ ਪ੍ਰੋਸੈਸਰ। ਲੈਂਗੁਏਜ ਪ੍ਰੋਸੈਸਰ ਕੀ ਹੈ, ਲੈਂਗੁਏਜ ਨੂੰ ਜਿਵੇਂ ਆਪਾਂ ਦੇਖਿਆ ਸੀ ਕਿ ਮਸ਼ੀਨ ਸਿਰਫ ਕਿਹੜੀ ਲੈਂਗੁਏਜ ਅੰਡਰਸਟੈਂਡ ਕਰਦੀ ਹੈ, ਨੰਬਰ ਲੈਂਗੁਏਜ 0-1 ਬਾਈਨਰੀ ਲੈਂਗੁਏਜ ਜਿਹਨੂੰ ਆਪਾਂ ਕਹਿੰਦੇ ਹਾਂ, 0 ਐਂਡ 1 ਦੀ ਲੈਂਗੁਏਜ ਅੰਡਰਸਟੈਂਡ ਕਰਦੀ ਹੈ। ਅਗਰ ਆਪਾਂ ਕੋਈ ਪ੍ਰੋਗਰਾਮ ਲਿਖਿਆ ਹਾਈ ਲੈਵਲ ਲੈਂਗੁਏਜ ਦੇ ਵਿੱਚ ਤਾਂ ਸਾਨੂੰ ਕੁਛ ਟਰਾਂਸਲੇਟਰ ਚਾਹੀਦਾ ਵਾ, ਕੁਛ ਲੈਂਗੁਏਜ ਪ੍ਰੋਸੈਸਰ ਚਾਹੀਦਾ ਵਾ, ਜਿਹੜਾ ਕੀ ਕਰਦਾ ਵਾ ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਦਾ ਵਾ। ਸੋ ਆਪਾਂ ਜਿਹੜੇ ਲੈਂਗੁਏਜ ਪ੍ਰੋਸੈਸਰ ਨੇ ਉਹਨੂੰ 3 ਟਾਈਪ ਡਿਵਾਈਡ ਕਰਦੇ ਹਾਂ। ਨੰਬਰ 1 ਕੰਪਾਈਲਰ, ਨੰਬਰ 2 ਇੰਟਰਪ੍ਰੀਟਰ, ਨੰਬਰ 3 ਅਸੈਂਬਲਰ। ਹੁਣ ਵਾਟ ਇਜ਼ ਕੰਪਾਈਲਰ? ਕੰਪਾਈਲਰ ਕੀ ਹੈ? ਕੰਪਾਈਲਰ ਕੀ ਕਰਦਾ ਵਾ, ਜਿਸ ਤਰ੍ਹਾਂ ਆਪਾਂ 5 ਪੇਜ ਦਾ ਇੱਕ ਪ੍ਰੋਗਰਾਮ ਲਿਖਿਆ, 5 ਪੇਜਿਸ ਦਾ ਆਪਾਂ ਇੱਕ ਪ੍ਰੋਗਰਾਮ ਲਿਖਿਆ, ਉਹ ਸਾਰੇ 5 ਪੇਜਿਸ ਨੂੰ ਰੀਡ ਕਰਦਾ ਵਾ। ਰੀਡ ਕਰਕੇ ਉਹ ਸਾਰੇ 5 ਦੇ 5 ਪੇਜਿਸ ਨੂੰ ਮਸ਼ੀਨ ਦੇ ਕੋਡ ਦੇ ਵਿੱਚ ਕਨਵਰਟ ਕਰਕੇ CPU ਨੂੰ ਭੇਜ ਦਿੰਦਾ ਐਗਜ਼ੀਕਿਊਟ ਕਰਨ ਲਈ। ਆ ਹਾਈ ਲੈਵਲ ਲੈਂਗੁਏਜ ਆਪਾਂ ਇਨਪੁਟ ਦਿੱਤੀ, ਕੰਪਾਈਲਰ ਕੀਤਾ, ਆਊਟਪੁੱਟ ਕੀ ਆ ਗਿਆ, ਮਸ਼ੀਨ ਲੈਵਲ ਪ੍ਰੋਗਰਾਮ। ਜਿਹੜਾ ਹਾਈ ਲੈਵਲ ਪ੍ਰੋਗਰਾਮ ਸੀਗਾ ਉਹ ਸਾਰੇ ਪ੍ਰੋਗਰਾਮ ਨੂੰ ਉਹਨੇ ਮਸ਼ੀਨ ਲੈਵਲ ਪ੍ਰੋਗਰਾਮ 'ਚ ਬਣਾਤਾ ਜਿੰਨਾ ਵੀ ਬਣਿਆ। ਸੋ ਇਹਦੇ ਵਿੱਚ ਕੀ ਕੀਤਾ ਹੁੰਦਾ, ਕੰਪਾਈਲਰ ਕੀ ਕਰਦਾ, ਸਾਰੇ ਪ੍ਰੋਗਰਾਮ ਨੂੰ ਹੀ ਕਨਵਰਟ ਕਰਦਾ ਵਾ। ਸੋ ਨੈਕਸਟ ਆਪਣਾ ਹੈਗਾ ਵਾ ਇੰਟਰਪ੍ਰੀਟਰ। ਕੰਪਾਈਲਰ ਅਤੇ ਇੰਟਰਪ੍ਰੀਟਰ ਦੇ ਡਿਫਰੈਂਸ ਕੀ ਹੈ? ਜਿਹੜਾ ਇੰਟਰਪ੍ਰੀਟਰ ਹੈ ਇਹ ਬੇਸਿਕਲੀ ਕੀ ਕਰਦਾ ਵਾ, ਲਾਈਨ ਬਾਈ ਲਾਈਨ ਇਹ ਟਰਾਂਸਲੇਟ ਕਰਦਾ ਵਾ। ਕੰਪਾਈਲਰ ਕੀ ਕਰਦਾ ਸੀ, ਜਿਵੇਂ 10 ਪੇਜ ਦਾ ਪ੍ਰੋਗਰਾਮ ਹੈ, ਇਹਨੇ 10 ਪੇਜ ਨੂੰ ਕਨਵਰਟ ਕਰਕੇ ਮਸ਼ੀਨ ਲੈਵਲ ਕੋਡ ਬਣਾਤਾ ਔਰ ਉਹਨੂੰ ਐਗਜ਼ੀਕਿਊਟ ਕਰਤਾ। ਇੰਟਰਪ੍ਰੀਟਰ ਕੀ ਕਰਦਾ, ਇੱਕ ਟਾਈਮ 'ਤੇ ਇੱਕ ਲਾਈਨ ਨੂੰ ਰੀਡ ਕਰਦਾ, ਉਹਨੂੰ ਕਨਵਰਟ ਕਰਦਾ ਮਸ਼ੀਨ ਲੈਵਲ ਦੇ ਵਿੱਚ। ਜਦੋਂ ਉਹ ਚੀਜ਼ ਐਗਜ਼ੀਕਿਊਟ ਹੋ ਜਾਂਦੀ ਆ ਫਿਰ ਅਗਲੀ ਰੀਡ ਕਰਦਾ, ਉਹਨੂੰ ਕਨਵਰਟ ਕਰਦਾ ਮਸ਼ੀਨ ਲੈਵਲ 'ਚ। ਜਦੋਂ ਉਹ ਐਗਜ਼ੀਕਿਊਟ ਹੋ ਜਾਂਦੀ ਆ ਫਿਰ ਨੈਕਸਟ ਕਰਦਾ, ਸੋ ਐਂਡ। ਇਸ ਤਰੀਕੇ ਦੇ ਨਾਲ ਇਹ ਚੱਲਦਾ ਰਹਿੰਦਾ ਵਾ।
ਔਰ ਇਹਦੇ ਵਿੱਚ ਬੇਸਿਕਲੀ ਆਪਾਂ ਜਿਹੜਾ ਕੰਪਾਈਲਰ ਯੂਜ਼ ਕਰਦੇ ਹਾਂ, ਸੀ ਲੈਂਗੁਏਜ ਕੰਪਾਈਲਰ ਯੂਜ਼ ਕਰਦੀ ਆ, ਬੇਸਿਕ ਲੈਂਗੁਏਜ ਆ ਜਾਂ ਪਾਸਕਲ ਲੈਂਗੁਏਜ ਆ ਇਹ ਇੰਟਰਪ੍ਰੀਟਰ ਯੂਜ਼ ਕਰਦੇ ਆ। ਇਸ ਲਈ ਇਹਦੀ ਜਿਹੜੀ ਡਿਸਐਡਵਾਂਟੇਜ ਆ ਕਿ ਬਹੁਤ ਜ਼ਿਆਦਾ ਸਲੋ ਹੁੰਦੇ ਆ ਕੰਪਾਈਲਰ ਨਾਲੋਂ। ਇਸ ਲਈ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਸੀ ਲੈਂਗੁਏਜ ਆ, ਬੇਸਿਕ ਲੈਂਗੁਏਜ ਆ, ਪਾਸਕਲ ਲੈਂਗੁਏਜ ਆ, ਉਹ ਆਊਟ ਆਫ ਉਹ ਮਤਲਬ ਆਪਣੇ ਬਾਹਰ ਹੋ ਚੁੱਕੀ ਆ ਜਨਰਲ ਉਸ ਤੋਂ, ਆਪਾਂ ਨੂੰ ਯੂਜ਼ ਨਹੀਂ ਕਰਦੇ। ਹੁਣ ਨੈਕਸਟ ਇਜ਼ ਅਸੈਂਬਲਰ। ਅਸੈਂਬਲਰ ਨਾਮ ਤੋਂ ਸੀ ਜਿਹੜੀ ਇਹ ਕੀ ਕਰਦਾ, ਅਸੈਂਬਲਰ ਕੀ ਕਰਦਾ, ਇਹ ਅਸੈਂਬਲੀ ਲੈਵਲ ਪ੍ਰੋਗਰਾਮ ਨੂੰ ਕਨਵਰਟ ਕਰਦਾ ਮਸ਼ੀਨ ਲੈਵਲ ਪ੍ਰੋਗਰਾਮ 'ਚ। ਇਹ ਅਸੈਂਬਲੀ ਲੈਵਲ ਪ੍ਰੋਗਰਾਮ ਨੂੰ ਲੈਂਦਾ, ਉਹਨੂੰ ਕੀ ਕਰਦਾ ਮਸ਼ੀਨ ਲੈਵਲ ਪ੍ਰੋਗਰਾਮ ਦੇ ਵਿੱਚ ਕਨਵਰਟ ਕਰਦਾ। ਨੈਕਸਟ ਹੈਗਾ ਕੰਪਾਈਲਰ ਦੇ ਇੰਟਰਪ੍ਰੀਟਰ ਦੇ ਵਿੱਚ ਕੀ ਡਿਫਰੈਂਸ ਹੈ। ਇਹ ਇੰਪੋਰਟੈਂਟ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਵਿੱਚ। ਇਹ 'ਚ ਆਪਾਂ ਨੂੰ ਦੱਸਦੇ ਹਾਂ ਕਿ ਟਰਾਂਸਲੇਟਰ ਉਹੀ ਹੈ, ਆਬਜੈਕਟ ਕੋਡ ਨੂੰ ਸਾਰਿਆਂ ਨੂੰ ਸੋਰਸ ਕੋਡ ਬਣਾਉਂਦਾ, ਇਹ ਲਾਈਨ ਬਾਈ ਲਾਈਨ ਐਗਜ਼ੀਕਿਊਟ ਕਰਦਾ। ਇਹ ਆਬਜੈਕਟ ਫਾਈਲ ਕ੍ਰੀਏਟ ਕਰਦਾ, ਇਹ ਆਬਜੈਕਟ ਫਾਈਲ ਕ੍ਰੀਏਟ ਨਹੀਂ ਕਰਦਾ। ਇਹਦੇ 'ਚ ਪ੍ਰੋਗਰਾਮਿੰਗ ਐਗਜ਼ੀਕਿਊਸ਼ਨ ਬਹੁਤ ਫਾਸਟ ਹੁੰਦੀ ਹੈ ਕੰਪਾਈਲਰ ਦੇ ਵਿੱਚ, ਇੰਟਰਪ੍ਰੀਟਰ ਦੇ ਵਿੱਚ ਸਲੋ ਹੁੰਦੀ ਹੈ। ਇੱਕ ਇੱਕ ਲਾਈਨ ਨੂੰ ਰੀਡ ਕਰਦਾ ਫਿਰ ਉਹਨੂੰ ਐਗਜ਼ੀਕਿਊਟ ਕਰਦਾ ਤਾਂ ਸਲੋ ਹੁੰਦੀ ਆ ਟਰਾਂਸਲੇਟਰ ਨੂੰ। ਸੋ ਇਹ ਕੁਝ ਡੈਫੀਨੇਸ਼ਨ ਉਹਦੀਆਂ ਉਹ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਰੀਡ ਕਰ ਸਕਦੇ ਹੋ, ਉਹਨਾਂ ਦਾ ਬੇਸਿਕ ਡਿਫਰੈਂਸ। ਨੈਕਸਟ ਲੈਕਚਰ 'ਚ ਆਪਾਂ ਪੜ੍ਹਾਂਗੇ OS ਬਾਰੇ, ਓਪਰੇਟਿੰਗ ਸਿਸਟਮ ਬਾਰੇ। ਤਦ ਤੱਕ ਲਈ ਗੁੱਡ ਬਾਏ, ਹੈਵ ਅ ਗ੍ਰੇਟ ਡੇ।